इस वेले असीं पंजाब की सब तो चर्चित जमीन के उत्ते खड़े हाँ। पिंड पलहेड़ी दे विच मौजूद हाँ। की कारण रहे, क्यों बोली 33 लाख के उत्ते पहुंच गई, अड़ी किस गल दी सी? 32,32,000 बोली देनी शुरू हो गई तो बोली यूजली मतलब इस तरह चढ़ती सी, चढ़ी ਉਹਦੇ ਵਿੱਚ ਦੋ ਤਿੰਨਾਂ ਨੇ ਫੈਸਲਾ ਕਰਿਆ ਲੈਣੀ ਹੈ ਤੇ ਜਦੋਂ ਮਨ ਆ ਜਾਵੇ ਚੀਜ਼ ਤੇ ਫਿਰ ਉਹਦੀ ਮੁੱਲ ਨਹੀਂ ਹੁੰਦਾ। ਹੀਰਾ ਕੰਚੀ ਹੁੰਦਾ ਪਰ ਜਦੋਂ ਕਰੋੜਾਂ ਅਰਬਾਂ ਦਾ ਵਿਕ ਜਾਂਦਾ। ਪਿੰਡ ਦੇ ਨਾਲ ਲੋਕਾਂ ਨੇ ਰੋਕਿਆ ਵੀ ਮੂਰਖ ਨਾ ਬਣੋ, ਇਹਦੇ ਵਿੱਚ ਇੰਨਾ ਕਿ ਤੁਸੀਂ ਘਾਟਾ ਕਿਤੇ ਤੁਸੀਂ ਦੱਸੋਗੇ, ਪਰ ਫਿਰ ਉਹ ਜਦ ਸਮਝਾਉਣਾ ਸ਼ੁਰੂ ਕਰਤੇ ਤੇ ਵਿੱਚ ਤੇ ਉਹ ਫਿਰ ਰੋਕੇ। ਕਿੰਨਾਂ ਨੂੰ ਗਈ ਸੀ ਜ਼ਮੀਨ? ਇਹ ਪਿਛਲੇ ਸਾਲ 4 ਲੱਖ ਰੁਪਏ ਮਾ ਅਸੀਂ ਉਹ ਬੋਲੀ ਦੇਈ ਸੀ ਜੀ ਇਹਦੀ। ਹਾਂਜੀ, ਇਹ ਉੱਪਰ 6.5 ਕਿੱਲੇ 2,05,000 ਮਾ ਲੈ ਲਈ ਜੀ ਆਪਾਂ ਨੇ, ਜਿਹੜੇ ਉੱਪਰ ਇਹ ਤੇ 4 ਲੱਖ। ਟਰਮ ਐਂਡ ਕੰਡੀਸ਼ਨ ਕੀ ਰੱਖੀਆਂ ਗਈਆਂ ਕਿ ਇੱਥੇ ਸਿਰਫ ਖੇਤੀ ਹੋਊਗੀ? ਸਾਲ ਬਾਅਦ ਤੇ ਖੇਤੀ, ਕਣਕ, ਮੱਕੀ, ਝੋਨਾ ਜੋ ਹੈਗਾ ਉਹ ਬੀਜ ਸਕਦਾ। ਜੇ ਉਹ ਤੇ ਬਿਯੋਂਡ ਜਾਂਦਾ, ਕਿਸੇ ਕੰਪਨੀ ਨਾਲ ਕੰਟੈਕਟ ਕਰਦਾ ਤਾਂ ਇਹ ਲੀਗਲ ਕਾਨੂੰਨੀ ਹੋ ਜਾਏਗਾ। ਫੋਨ ਆਉਣ ਲੱਗ ਗਏ ਪਿੰਡਾਂ, ਕਿਉਂਕਿ ਪਿੰਡ ਮਸ਼ਹੂਰ ਹੋ ਗਿਆ ਥੋੜੇ ਚਿਰ 'ਚ ਹੀ। ਕਿੰਨੇ ਕੁ ਫੋਨ ਆ ਰਹੇ ਰਿਸ਼ਤੇਦਾਰ? ਫੋਨ ਤੋਂ ਜੀ ਬਾਹਰ ਤੇ ਵੀ ਆ ਰਹੇ ਨੇ, ਕਹਿੰਦੇ ਇੰਨਾ ਕਿਆ ਕੰਮ ਹੋ ਗਿਆ ਤਾਂ ਜੀ। ਹੁਣ ਬਈ ਦੋ ਧਿਰਾਂ ਆਪਸ ਵਿੱਚ ਅੜ ਗਈਆਂ ਜੀ। ਹੁਣ ਨਾ ਤਾਂ ਉਹਨੂੰ ਕਹਿਣੇ ਜੋਗੇ ਤੇ ਨਾ ਉਹਨੂੰ ਆ, ਤਾਂ ਚਲੋ ਪਿੰਡ ਦੇ ਵਿੱਚ ਬੰਦੇ ਮੋਹਤਬਾਰ ਤੇ ਜਿਹੜੇ ਉਹਨਾਂ ਨੇ ਕਹਿ ਕੇ ਰਕਾ ਦੇ, ਨਹੀਂ ਬੋਲੀ ਤਾਂ ਜੀ ਆ ਕਰੋੜ ਰੁਪਏ ਤੱਕ ਵੀ ਜਾਂਦੀ। ਕਹਿੰਦੇ ਜੱਟ ਤਾਂ ਖੁਦਕੁਸ਼ੀਆਂ ਕਰੀ ਜਾਂਦੇ ਨੇ, ਫਾਹਾ ਲਈ ਜਾਂਦੇ ਨੇ। ਇਹ ਅੜੀ ਵਾਲਾ ਕੰਮ ਲੱਗਦਾ ਨਹੀਂ ਕਿ ਨਹੀਂ ਹੋਣਾ ਚਾਹੀਦਾ? ਇਹ ਗਲਤ ਗੱਲ ਹੈ। ਲੋੜੇ ਨਹੀਂ, ਪਿੰਡ ਦੇ ਵਿੱਚ ਸਾਰੇ ਆਪਣੇ ਭਰਾ ਏ, ਰਲ ਮਿਲ ਕੇ ਚੱਲੂਗੇ ਤਾਂ ਵਧੀਆ ਰਹਿਣਾ। ਤੇ ਪਾਰਟੀਬਾਜ਼ੀ ਮੈਂ ਤਾਂ ਕੁਛ ਨਹੀਂ ਰੱਖਿਆ ਬਾਈ। ਤਾਂ ਲੋਕਾਂ ਦੇ ਮਨਾਂ 'ਚ ਤਾਂ ਇਹ ਵੀ ਹੋਊਗਾ ਕਿ ਇਹ ਪਤਾ ਨਹੀਂ ਇਹ ਧਰਤੀ ਕਿਹੋ ਜਿਹੀ ਹੈ, ਇਹਦੇ 'ਚੋਂ ਪਤਾ ਨਹੀਂ ਕੀ ਨਿਕਲਣਾ ਹੈ। ਧਰਤੀਆਂ ਤਾਂ ਚਾਰੇ ਪਾਸੇ ਇੱਕ ਜਿਹੀਆਂ ਹੀ ਹੈ। ਆ ਤੋਂ ਬਸ ਅੜੋ ਤੜੀ ਦੀ ਹੋ ਗਈ ਜੀ, ਜਿਹੜੀ 33,10,000 ਮੈਂ ਬੋਲੀ ਟੁੱਟੀ ਜੀ। ਨਹੀਂ ਹੁਣ ਮੰਨ ਲਓ ਪਰਲੇ ਪਾਸੇ ਵੀ ਜ਼ਮੀਨ ਹੈ ਤਾਂ ਇਸੀ ਦੇ ਨਾਲ ਦੀ ਹੈ ਜੀ, ਉਹ 2,40,000 ਮੈਂ ਟੁੱਟੀ ਜੀ। ਬੋਲੀ ਜਿਹੜੀ ਲੱਗੀ ਹੈ ਜੀ, ਪੰਚਾਇਤ ਨੂੰ ਪੈਸਾ ਆਇਆ, ਪਿੰਡ ਵਾਸਤੇ ਆਇਆ, ਪਰ ਇੱਕ ਚੀਜ਼ ਦਾ ਦੁੱਖ ਹੈਗਾ, ਸਾਡਾ ਭਾਈਚਾਰਾ ਟੁੱਟ ਰਿਹਾ, ਵਿਖਰ ਰਿਹਾ। ਇਹ ਚੀਜ਼ ਦਾ ਦੁੱਖ ਸਾਨੂੰ ਹੈ। ਅੜੀ ਨਹੀਂ ਹੋਣੀ ਚਾਹੀਦੀ ਆਪਸ ਨਹੀਂ ਹੋਣੀ ਚਾਹੀਦੀ। ਜਿਹੜੇ ਸਾਡੇ ਪਿੰਡ ਦੇ ਬਜ਼ੁਰਗ ਸੂਝਵਾਨ ਲੋਕ ਤੇ ਉਹ ਬਜ਼ੁਰਗਾਂ ਨੇ ਉਸ ਟਾਈਮ ਉਹਨਾਂ ਨੂੰ ਕੰਟਰੋਲ ਕੀਤਾ, ਦੋਨੇ ਪਰਿਵਾਰਾਂ ਨੂੰ ਕੰਟਰੋਲ ਕਰਕੇ ਤਾਂ ਇੱਥੇ ਤੱਕ ਰੁਕੇ। ਦੇਖੋ ਜੀ, ਇਸ ਤਰ੍ਹਾਂ ਦੀ ਅੜੀ ਨਹੀਂ ਹੋਣੀ ਚਾਹੀਦੀ। ਜ਼ਿਮੀਂਦਾਰ ਘਾਟੇ ਮਾ ਜਾ ਰਹੇ ਆ, ਇਹ ਕਰਕੇ ਇਸ ਤਰ੍ਹਾਂ ਅੜੀ ਮਾ ਮਤ ਇਸ ਤਰ੍ਹਾਂ ਦਾ ਬੋਲੀ ਦਿਓ। ਆਪਣੇ ਪਿਆਰ ਮੁਹੱਬਤ ਮਾ ਰਹੋ, ਇੱਕ ਦੂਜੇ ਨੂੰ ਦੇਖ ਅਣਖ ਨਾਲ ਨਾ ਦੇਖੋ, ਪਿਆਰ ਨਾਲ ਦੇਖੋ। ਅੱਜ ਦੇ ਦੌਰ ਦੇ ਵਿੱਚ ਖੇਤੀ ਲਾਹੇ ਦਾ ਸੌਦਾ ਨਹੀਂ ਰਹੀ ਹੈ, ਪਰ ਗੱਲ ਜਦੋਂ ਅੜੀ ਦੇ ਉੱਤੇ ਆ ਜਾਂਦੀ ਹੈ ਫਿਰ ਮੁਨਾਫਾ ਕੀ ਤੇ ਫਿਰ ਘਾਟਾ ਕੀ। ਇਸ ਵੇਲੇ ਅਸੀਂ ਪੰਜਾਬ ਦੀ ਸਭ ਤੋਂ ਚਰਚਿਤ ਜ਼ਮੀਨ ਦੇ ਉੱਤੇ ਖੜੇ ਹਾਂ। ਪਿੰਡ ਪਲਹੇੜੀ ਦੇ ਵਿੱਚ ਮੌਜੂਦ ਹਾਂ ਔਰ ਜਿਸ ਪਿੰਡ ਦੀ ਜ਼ਮੀਨ ਦੀ ਬੋਲੀ ਜੋ ਹੈ ਉਹ 33 ਲੱਖ ਦੀ ਲੱਗੀ ਹੈ। ਕੀ ਕਾਰਨ ਰਹੇ, ਕਿਉਂ ਬੋਲੀ 33 ਲੱਖ ਦੇ ਉੱਤੇ ਪਹੁੰਚ ਗਈ, ਅੜੀ ਕਿਸ ਗੱਲ ਦੀ ਸੀ? ਗੱਲਬਾਤ ਕਰਦੇ ਹਾਂ, ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ। ਸਭ ਤੋਂ ਪਹਿਲਾਂ ਤਾਂ ਜੀ ਇਹ ਜਾਣਨਾ ਚਾਹਾਂਗੇ, ਅੱਜ ਦੇ ਦੌਰ ਦੇ ਵਿੱਚ ਜਿੱਥੇ ਖੇਤੀ ਲਾਹੇ ਦਾ ਸੌਦਾ ਹੀ ਨਹੀਂ ਰਹੀ, ਉੱਥੇ ਅੜੀ ਦੇ ਉੱਤੇ ਆ ਕੇ 33 ਲੱਖ ਬੋਲੀ ਪਹੁੰਚਾ ਦਿੱਤੀ। ਹਾਂਜੀ, ਮੇਰਾ ਨਾਮ ਦਿਲਬਾਗ ਸਿੰਘ ਹੈ ਜੀ, ਮੈਂ ਪਲੇਹੜੀ ਤੋਂ ਵਾਸੀ ਹਾਂ ਜੀ। ਤੇ ਇਹ ਜਿਹੜੀ ਜ਼ਮੀਨ ਵਾਹਿਯੋਗ ਹੈ, ਟਰਮ ਐਂਡ ਕੰਡੀਸ਼ਨ ਪਹਿਲਾਂ ਬੋਲੀ ਦੇ ਸੁਣਾ ਦਿੱਤੀਆਂ ਗਿਆ ਵੀ ਇਹ ਖੇਤੀ ਕਰਨ ਵਾਸਤੇ ਜ਼ਮੀਨ ਹੈ ਤੇ ਇਹਦੇ ਵਿੱਚ ਫਸਲ ਬੀਜੀ ਜਾਊਗੀ, ਚਾਹੇ ਜ਼ਿਮੀਂਦਾਰ ਬਿੱਲ ਰੱਖੇ, ਇਹਦੇ ਹੋਰ ਕੰਮ ਨਹੀਂ ਹੋਊਗਾ। ਚੇਂਜ ਆਫ ਯੂਟੀਲਾਈਜ਼ੇਸ਼ਨ ਸਰਟੀਫਿਕੇਟ ਪੰਚਾਇਤ ਨੇ ਨਹੀਂ ਦੇਣਾ, ਵੀ ਸਿਰਫ ਤੇ ਖੇਤੀ ਕਰ ਸਕਦੇ ਹਾਂ। ਤੇ ਇਹਦੇ ਵਿੱਚ ਬੋਲੀ ਦੇਣੀ ਸ਼ੁਰੂ ਹੋ ਗਈ ਤੇ ਬੋਲੀ ਯੂਜਲੀ ਮਤਲਬ ਇਸ ਤਰ੍ਹਾਂ ਚੜ੍ਹਦੀ ਸੀ, ਚੜ੍ਹੀ ਉਹਦੇ ਵਿੱਚ ਦੋ ਤਿੰਨਾਂ ਨੇ ਫੈਸਲਾ ਕਰਿਆ ਲੈਣੀ ਹੈ ਤੇ ਜਦੋਂ ਮਨ ਆ ਜਾਵੇ ਚੀਜ਼ ਤੇ ਫਿਰ ਉਹਦੀ ਮੁੱਲ ਨਹੀਂ ਹੁੰਦਾ। ਹੀਰਾ ਕੰਚੀ ਹੁੰਦਾ ਪਰ ਜਦੋਂ ਕਰੋੜਾਂ ਅਰਬਾਂ ਦਾ ਵਿਕ ਜਾਂਦਾ। ਇਹ ਤੇ ਜਿਹੜੇ ਜ਼ਿਮੀਂਦਾਰ ਨੇ ਕਿ ਲੈਣੀ ਹੈ, ਉਹ ਆ ਗਿਆ ਤੇ ਬੋਲੀ ਚੜ੍ਹਦੀ ਗਈ। ਤਿੰਨ ਪਾਰਟੀਆਂ, ਇੱਕ ਪ੍ਰਗਟ ਸਿੰਘ ਭੁਪਿੰਦਰ ਸਿੰਘ ਦਾ ਤੇ ਇੱਕ ਲਖਵਿੰਦਰ ਸਿੰਘ ਦਾ, ਇਹ ਬੋਲੀ ਦੇਣਾ ਸ਼ੁਰੂ ਕਰਤਾ। ਅੱਛਾ, ਮੈਂ ਸਾਰਾ ਸਮਝਣਾ ਚਾਹੂੰਗਾ ਜਿਸ ਦਿਨ ਉਹ ਪੂਰਾ ਵਾਕਿਆ ਵਾਪਰਦਾ, ਕਿਉਂਕਿ ਸਾਡੇ ਕੋਲ ਜਿਹੜੀ ਵੀਡੀਓ ਆਈ ਹੈ ਸੋਸ਼ਲ ਮੀਡੀਆ ਦੇ ਉੱਤੇ, ਵੀਡੀਓ ਸਿਰਫ ਉਦੋਂ ਹੀ ਦਿਖ ਰਹੀ ਹੈ ਜਿੱਥੇ ਬੋਲੀ ਚੱਲ ਰਹੀ ਹੈ ਔਰ 33,10,000 30,000 ਦੇ ਉੱਤੇ ਆ ਕੇ ਖਤਮ ਹੋ ਜਾਂਦੀ ਹੈ। ਸ਼ੁਰੂਆਤ ਕਿਵੇਂ ਹੁੰਦੀ ਹੈ, ਕਿਹੜੀ ਤਰੀਕ ਦੀ ਇਹ ਗੱਲ ਹੈ ਔਰ ਕਦੋਂ ਇਹ ਬੋਲੀ ਸ਼ੁਰੂਆਤ ਹੁੰਦੀ ਹੈ ਔਰ ਕਿਵੇਂ ਪੂਰਾ ਮਾਹੌਲ ਫਿਰ ਭਗਦਾ?
ਉਹ ਡੇਟ ਮੇਰੇ ਯਾਦ ਨਹੀਂ, ਮੈਂ ਉਸੇ 5 ਤਰੀਕ ਸੀਗੀ ਉਹ ਬੋਲੀ ਦਾ ਅਨਾਉਂਸਮੈਂਟ ਕਰੀ ਆ ਪਿੰਡ ਦੇ ਵਿੱਚ ਗੁਰਦੁਆਰੇ 'ਚ ਵੀ ਅੱਜ ਬੋਲੀ ਹੋਣੀ ਆ। ਪਹਿਲਾਂ ਵੀ ਅਨਾਉਂਸ ਦੱਸਿਆ ਗਿਆ ਸੀਗਾ ਤੇ ਪੂਰੀ ਮਨਿਆਦੀ ਹੋਈ ਆ। ਮਨਿਆਦੀ ਵਿੱਚ ਜਿਹੜੇ ਚਾਹਵਾਨ ਸੀ ਉੱਥੇ ਲੱਗੇ ਨੇ, ਉਹਨਾਂ ਨੇ ਪਹਿਲਾਂ ਹੀ ਤਗੜੇ ਜਿਹਨੇ ਲੈਣੀ ਸੀ ਉਹਨਾਂ ਨੇ ਪਹਿਲਾਂ ਡਿਟਰਮੀਨੇਸ਼ਨ ਪੂਰਾ ਕਰ ਲਿਆ ਵੀ ਅਸੀਂ ਲੈਣੀ ਹੈ ਤੇ ਬੋਲੀ ਲੱਗਣ ਲੱਗ ਸ਼ੁਰੂ ਹੋ ਗਈ। ਪਹਿਲਾਂ ਜਿਹੜਾ ਅਸੀਂ ਪੰਚਾਇਤ ਸੈਕਟਰੀ ਉਹਦੇ ਵੱਲੋਂ ਟਰਮ ਐਂਡ ਕੰਡੀਸ਼ਨਸ ਹੋਇਆ ਜੀ ਬਾਈ ਵਾਸਤੇ ਹੈ, ਇਹ ਸਾਲ ਵਾਸਤੇ ਠੇਕਾ ਸਾਰਾ ਕੁਝ ਉਹਨੂੰ ਦੱਸਤਾ ਤੇ ਉਹਦੇ ਬਾਅਦ ਫਿਰ ਬੋਲੀ ਲਾਉਣੀ ਸ਼ੁਰੂ ਕਰਤੀ ਹੈ। ਕਿੰਨੀ ਅਮਾਉਂਟ ਤੋਂ ਇਹ ਬੋਲੀ ਸ਼ੁਰੂ ਹੋਈ ਸੀਗੀ? ਇਹ ਕੁਝ ਪਹਿਲਾਂ ਮਤਲਬ ਸੀਗੇ 3 ਲੱਖ ਤੇ ਸ਼ੁਰੂ ਹੋਈ ਹੈ ਤੇ 3 ਲੱਖ ਤੇ ਫਿਰ ਚੜ੍ਹਦੀ 10,000 20,000 5,000 ਪਾਉਂਦੇ ਗਏ ਤੇ ਅਖੀਰ ਨੂੰ ਇਹ ਜਿਹੜੀ ਆ ਪ੍ਰਗਟ ਸਿੰਘ ਤੇ ਭੁਪਿੰਦਰ ਸਿੰਘ ਇਹ ਅਖੀਰ ਤੱਕ ਚੱਲਦੇ ਰਹੇ ਤੇ ਜਦੋਂ ਮਤਲਬ ਇਹ 33,10,000 ਤੇ 4 ਕਿੱਲਿਆਂ ਦੀ ਬੋਲੀ ਟੁੱਟ ਲਗਭਗ 4 ਏਕੜ ਜ਼ਮੀਨ ਹੈ ਤੇ ਉਹ ਜੇ ਉਹ ਮਤਲਬ ਹਲੇ ਤਾਂ ਹੋਗੇ ਕਿ ਹੋ ਸਕਦਾ ਸੀ ਇਹ ਜੇ ਚੜ੍ਹਦੇ ਜਿਸ ਤਰ੍ਹਾਂ ਚੜ੍ਹੀ ਸੀ ਨਾ ਰੋਕਦੇ ਉਹਨਾਂ 50 ਲੱਖ ਤੇ ਜਾਰਾਂ ਦੀ। ਅੱਛਾ, ਰੋਕਿਆ ਕਿੰਨੇ ਸੀਗਾ? ਕਿੰਨੇ ਰੋਕਿਆ? ਪਿੰਡ ਦੇ ਨਾਲ ਲੋਕਾਂ ਨੇ ਰੋਕਿਆ ਵੀ ਮੂਰਖ ਨਾ ਬਣੋ, ਇਹਦੇ ਵਿੱਚ ਇੰਨਾ ਕੁ ਤੁਸੀਂ ਘਾਟਾ ਕਿੱਥੇ ਤੁਸੀਂ ਸੌਂਗੇ ਪਰ ਫਿਰ ਉਹ ਜਦ ਸਮਝਾਉਣਾ ਸ਼ੁਰੂ ਕਰਤੇ ਤੇ ਵਿੱਚ ਤੇ ਉਹ ਫਿਰ ਰੁਕ ਗਏ। ਇਸ ਕਰਕੇ 33 ਲੱਖ ਦੇ ਨਹੀਂ, ਇਹ ਅੜੀ ਇਸ ਤਰ੍ਹਾਂ ਦੀ ਹੋਈ ਸੀਗੀ 50 ਲੱਖ ਤੇ ਵੀ ਜਾ ਸਕਦੀ ਸੀ ਪਰ ਪਿੰਡ ਵਾਸਤੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਮੁਨਾਫੇ ਵਾਲੀ ਗੱਲ ਹੈਗੀ ਹੈ, ਚੰਗੀ ਗੱਲ ਹੈ ਕਿਉਂਕਿ ਪੈਸਾ ਪਿੰਡ ਦੇ ਵਿੱਚ ਆਇਆ ਹੈ। ਪਰ ਇਸ ਜ਼ਮੀਨ ਦੇ ਵਿੱਚੋਂ ਕਿੰਨਾ ਕੁ ਲਾਹਾ ਜਿਹੜਾ ਹੈਗਾ ਇਹ 1 ਸਾਲ ਦੇ ਵਿੱਚੋਂ ਕੱਢ ਲੈਣਗੇ? ਇੱਕ ਵਾਰ ਤਸਵੀਰ ਦਿਖਾ ਦਿਓ, ਨਾਲ ਇਹ ਜ਼ਮੀਨ ਦਿਖਾ ਦਿਓ ਔਰ ਦੱਸ ਦਿਓ ਕਿਹੜੀ ਜਿੱਥੇ ਆਹ ਲੱਗੀ। ਹਾਂ, ਇਹ ਇੱਧਰ ਨੂੰ ਆ ਬੇਲੀ ਪਈ, ਇੱਕ ਵਾਰ ਆਪਾਂ ਜ਼ਮੀਨ, ਹਾਂਜੀ ਆ ਉੱਪਰ ਤੱਕ ਹੈ ਵੀਰ, ਆ ਸਿਰੇ ਤੱਕ ਇੱਧਰ ਨੂੰ ਆਏ ਘੁੰਮੇ ਆਉਂਦੀ ਆ ਜ਼ਮੀਨ। ਆ ਰੋਡ ਦੇ ਨਾਲੇ 4 ਕਿੱਲੇ ਇਹ 33,10,000 ਰੁਪਏ ਵਿੱਚ ਚੜੀ ਹੈ ਜੀ। 5 ਤਰੀਕ ਨੂੰ 1:30 ਵਜੇ ਬੋਲੀ ਹੋਈ ਤੀ ਵੀਰ। ਬਸ ਜਦ ਆਪਾਂ ਕਹਿ ਦਿੰਦੇ ਅੜੀ ਤੜੀ ਮੇ ਬਾ ਬੋਲੀ ਲੱਗੀ। ਗਾਣਾ ਵੀ ਹੈਗਾ ਕਹਿੰਦੇ ਅੜੀ ਉੱਤੇ ਆਏ ਜੱਟ ਛੱਡੇ ਇੰਚ ਨਾ, ਵਾਹੀ ਕੰਮ ਹੋਇਆ, ਉਹੀ ਕੰਮ ਹੋਇਆ ਜੀ। 33 ਲੱਖ ਵੀ ਬਹੁਤ ਹੋ ਜਾਂਦਾ ਜੀ, ਐਨੇ ਦਾ ਤਾਂ ਕਿਤੇ ਹੋਰ ਪਾਸੇ ਕਿੱਲਾ 1.5 ਕਿੱਲਾ ਆ ਜਾਂਦਾ ਜੀ। ਕਿੱਥੇ ਆਪਾਂ ਸਾਲ ਕਿੰਨੇ ਨੂੰ ਗਈ ਸੀ ਜ਼ਮੀਨ ਇਹ ਪਿਛਲੇ ਸਾਲ 4 ਲੱਖ ਰੁਪਏ ਮਾ ਅਸੀਂ ਉਹ ਬੋਲੀ ਦੇਈ ਤੀ ਜੀ ਇਹਦੀ। ਹਾਂਜੀ, ਇਹ ਉੱਪਰ 6.5 ਕਿੱਲੇ 2,05,000 ਮਾ ਲਏ ਤੇ ਜੀ ਆਪਾਂ ਨੇ ਜਿਹੜੇ ਉੱਪਰ ਇਹ ਤੇ 4 ਲੱਖ ਮਾ ਜੀ। ਅੱਛਾ, ਮੈਂ ਆ ਝੰਡੇ ਵੀ ਦੇਖਦਾ ਇੱਥੇ ਝੰਡੇ ਲੱਗੇ ਹੋਏ ਨੇ ਕਿਉਂਕਿ ਜਿਸ ਤਰੀਕੇ ਨਾਲ ਨਿਊ ਚੰਡੀਗੜ੍ਹ ਇਹ ਆ ਗਿਆ ਔਰ ਇੱਥੇ ਰੀਅਲਟਰਸ ਜਿਹੜੇ ਨੇ ਉਹ ਵੀ ਕਾਫੀ ਆ ਗਏ, ਬਿਲਡਰ ਆ ਗਏ, ਉਹਨਾਂ ਦੇ ਵੱਲੋਂ ਇੱਥੇ ਪ੍ਰਾਪਰਟੀਆਂ ਕੱਟੀਆਂ ਜਾ ਰਹੀਆਂ ਨੇ। ਤਾਂ ਕੀ ਐਦਾਂ ਤਾਂ ਨਹੀਂ ਹੋਇਆ ਕਿ ਇਹ 2 ਕੰਪਨੀਆਂ ਦੇ ਵਿੱਚ ਕਹਿੰਦੇ ਆਪਸ ਦੇ ਵਿੱਚ ਪੇਚ ਫਸੇ ਰਹੇ? ਨਹੀਂ ਇਹ ਗੱਲ ਨਹੀਂ ਹੈ। ਇਸ ਜ਼ਮੀਨ ਦੀ ਟਰਮ ਐਂਡ ਕੰਡੀਸ਼ਨ ਪਹਿਲਾਂ ਜ਼ਿਮੀਂਦਾਰਾਂ ਨੂੰ ਦੱਸਤੀ ਹੈ, ਕੰਪਨੀ ਦਾ ਇਹਦੇ ਵਿੱਚ ਲੈਣ ਦੇਣ ਨਹੀਂ ਹੈ। ਜਿਹੜੇ ਨੇ ਲਈ ਆ ਜ਼ਿਮੀਂਦਾਰ ਨੇ ਉਹ ਇਹਦੇ ਵਿੱਚ ਬਾਉਂਡ ਹੈ ਜੋ ਟਰਮ ਐਂਡ ਕੰਡੀਸ਼ਨ ਨੇ ਤੇ ਉਹ ਖੇਤੀ ਵਾਸਤੇ ਯੂਟਿਲ ਲੈ ਕਿਸੇ ਹੋਰ ਨੂੰ ਨਹੀਂ ਦੇ ਸਕਦਾ ਤੇ ਖੇਤੀ ਵਾਸਤੇ ਅਸੀਂ ਦਿੱਤੀ ਆ, ਮਤਲਬ ਹੋਰ ਵਾਸਤੇ ਜੇ ਉਹ ਇਸ ਟਰਮ ਐਂਡ ਕੰਡੀਸ਼ਨ ਤੇ ਬਾਹਰ ਜਾਗੋ ਉਹ ਕੀ ਟਰਮ ਐਂਡ ਕੰਡੀਸ਼ਨ ਕੀ ਰੱਖੀਆਂ ਗਈਆਂ ਕਿ ਇੱਥੇ ਸਿਰਫ ਖੇਤੀ ਹੋਊਗੀ? ਖੇਤੀ ਸਾਲ ਵਾਸਤੇ ਖੇਤੀ ਕਣਕ ਮੱਕੀ ਝੋਨਾ ਜੋ ਹੈਗਾ ਉਹ ਬੀਜ ਸਕਦਾ। ਜੇ ਉਹਦੇ ਬਿਯੋਂਡ ਜਾਂਦਾ ਕਿਸੇ ਕੰਪਨੀ ਨਾਲ ਕੰਟੈਕਟ ਕਰਦਾ ਤਾਂ ਇਹ ਲੀਗਲ ਕਾਨੂੰਨੀ ਹੋ ਜਾਊਗਾ। ਜੇ ਅਸੀਂ ਹੁਣੇ ਦੇ ਅਸੀਂ ਪੰਚਾਇਤ ਦੇ ਨਾਲ ਹੈ, ਉਹ ਪੰਚਾਇਤ ਦੇ ਨਾਲ ਹੈ ਤੇ ਪੰਚਾਇਤ ਤੇ ਅਸੀਂ ਉਹਦੇ ਕਾਰਵਾਈ। ਅਕਸਰ ਇਹ ਵੀ ਵੇਖਿਆ ਕਿ ਜਦੋਂ ਰੌਲੇ ਜ਼ਮੀਨਾਂ ਦੇ ਫਿਰ ਕੋਟਾਂ ਕਚਹਿਰੀਆਂ 'ਚ ਪੈ ਜਾਂਦੇ ਲੰਬੇ ਲਟਕ ਜਾਂਦੇ ਨੇ, ਲੱਗਦਾ ਨਹੀਂ ਤੁਹਾਨੂੰ ਕਿ ਇਹ ਵੀ ਕਿਤੇ ਮਾਮਲਾ ਉਲਝ ਸਕਦਾ? ਨਹੀਂ ਉਹ ਅਸੀਂ ਟਰਮ ਕੰਡੀਸ਼ਨ ਸਾਡੇ ਰਿਟਨ ਕੰਪੀਟੀਸ਼ਨ ਨੇ ਜਿਹੜੀਆਂ ਉਹ ਦੇ ਤਹਿਤ ਦਿੱਤੀਆਂ ਨੇ। ਪਹਿਲਾਂ ਉਹਨੂੰ ਸੁਣਾਇਆ ਗਿਆ ਅਨਾਉਂਸਮੈਂਟ ਜਿਹੜੇ ਪੰਚਾਇਤ ਸੈਕਟਰੀ ਨੇ ਸਾਰਾ ਕੁਝ ਦੱਸਤਾ ਉਹਨਾਂ ਨੂੰ ਤੇ ਉਹ ਤੇ ਫਿਰ ਮਤਲਬ ਕੋਈ ਇਗਨੋਰ ਕੋਈ ਦੋਨੇ ਐਗਰੀ ਬ੍ਰੀਚ ਆਫ ਐਗਰੀਮੈਂਟ ਹੋਇਆ। ਬ੍ਰੀਚ ਆਫ ਐਗਰੀਮੈਂਟ ਦੀ ਵੀ ਆਪਾਂ ਗੱਲ ਕਰਾਂਗੇ। ਤੁਸੀਂ ਕੀ ਸਮਝਦੇ ਹੋ ਕਿ ਜੋ ਇਹ ਬੋਲੀ ਲੱਗੀ ਪਿੰਡ ਵਾਸਤੇ ਚਲੋ ਚੰਗੀ ਗੱਲ ਹੈਗੀ ਹੈ ਪਰ ਕੀ ਲੱਗਦਾ ਕਿ ਸੁਨੇਹਾ ਕੀ ਗਿਆ ਹੈ? ਹੋਰ ਲੱਗਦਾ ਕਿ ਹੋਰ ਵੀ ਪੰਚਾਇਤੀ ਜ਼ਮੀਨਾਂ ਦੀ ਬੋਲੀ ਇਸ ਤਰੀਕੇ ਨਾਲ ਵੱਧਦੀ ਹੋਈ ਨਜ਼ਰ ਆਊਗੀ ਜਾਂ ਇੱਥੇ ਅੜੀ ਦਾ ਹੀ ਕੰਮ ਸੀਗਾ? ਦੇਖੋ ਇਹ ਤਾਂ ਲੋਕਾਂ ਨੂੰ ਐ ਚਾਹੀਦਾ ਵੀ ਇਸ ਤਰ੍ਹਾਂ ਜਿੱਦਾਂ ਇਹ ਅੜੇ ਹੈ ਇਦਾਂ ਅੜਨਾ ਨਹੀਂ ਚਾਹੀਦਾ ਕਿਉਂਕਿ ਇਹੋ ਜਿਹਾ ਜ਼ਿਮੀਂਦਾਰ ਦਾ ਘਾਟਾ ਹੈ। ਲੇਕਿਨ ਪੰਚਾਇਤ ਨੂੰ ਤਾਂ ਫਾਇਦਾ ਹੈ, ਪੰਚਾਇਤ में पैसा पिंड में फायदा चले जाना। लेकिन जे ਅਸੀਂ ਸੋਚਦੇ ਕਿ ਇਹਨਾਂ ਦੇ ਪਿੱਛੇ ਕੋਈ ਕੰਪਨੀ ਹੈ, ਇਹ ਕੰਪਨੀ ਤਾਂ ਹੋ ਸਕਦੀ ਹੈ ਜੇ ਕੰਪਨੀ ਨੂੰ ਦਿੱਤੀ ਜਾਊਗੀ। ਇਹ ਸਿਰਫ ਜ਼ਿਮੀਂਦਾਰ ਖਾਲੀ ਜ਼ਮੀਨ ਰੱਖਣੀ ਹੈ। ਜੇ ਉਹ ਕੰਪਨੀ ਵਾਲੇ ਮੈਂ ਝੰਡਾ ਲਾਉਣੇ ਕੋਈ ਕਰਦੇ ਹੈ ਤਾਂ ਪਿੰਡ ਵਾਲੇ ਵਿਰੋਧ ਕਰੂੰਗੇ, ਕੰਪਨੀ ਨੂੰ ਨਹੀਂ ਦਿੱਤੀ ਜਾਊਗੀ। ਜ਼ਿਮੀਂਦਾਰਾਂ ਨੇ ਬੋਲੀ ਦਿੱਤੀ ਹੈ, ਉਹਦੇ ਪਿੱਛੇ ਕੋਈ ਕੰਪਨੀ ਲੱਗੀ ਵੀ ਹੋਵੇ ਇਹ ਕਹਿ ਨਹੀਂ ਸਕਦੇ। 33 ਲੱਖ ਰੁਪਇਆ ਪਿੰਡ ਦੀ ਪੰਚਾਇਤ 'ਚ ਆ ਗਿਆ। ਮੰਗਾਂ ਕੀ ਰੱਖ ਲਈਆਂ ਸਰਪੰਚ ਮੂਹਰੇ? ਕੀ ਮੰਗਾਂ ਰੱਖਤੀਆਂ ਕਿ ਪਹਿਲੇ ਤੌਰ ਦੇ ਉੱਤੇ ਆਹ ਮੰਗ ਜਿਹੜੀ ਹੈਗੀ ਹੈ ਸਾਡੀ ਔਰ ਇਹ ਕੰਮ ਹੱਲ ਹੋਣਾ ਚਾਹੀਦਾ? ਦੇਖੋ ਸਾਡੇ ਪਿੰਡ ਦੇ ਪਿੱਛੇ 4 ਚੁਫੇਰੇ ਜਿਹੜੀ ਫਿਰਮੀ ਹੈ ਉਹ ਬੇਕਾਰ ਪਈ ਹੈ। ਇਹ ਮੰਗ ਹੈ ਉਹ ਸਾਰੀ ਜਾਵੇ, ਜਿਹੜੀ ਕੋਈ ਗਲੀ ਰਹਿੰਦੀ ਉਹ ਠੀਕ ਕੀਤੀ ਜਾਵੇ। ਸਰਪੰਚ ਸਾਡਾ ਚੰਗਾ ਹੈ, ਚੰਗੇ ਕੰਮ ਕੀਤੇ, ਪਾਰਕ ਚੰਗੀ ਬਣਾਈ ਹੈ, ਹੋਰ ਵੀ ਇਹੋ ਜਿਹੇ ਪਾਰਕਾਂ ਬਣਾਈ ਜਾਵੇ ਤਾਂ ਜੋ ਪਿੰਡ ਦਾ ਭਲਾ ਹੋ ਸਕੇ। ਅੱਛਾ, ਫੋਨ ਆਉਣ ਲੱਗ ਗਏ ਪਿੰਡਾਂ ਕਿਉਂਕਿ ਪਿੰਡ ਮਸ਼ਹੂਰ ਹੋ ਗਿਆ ਥੋੜੇ ਚਿਰ 'ਚ ਹੀ। ਕਿੰਨੇ ਕੁ ਫੋਨ ਆ ਰਹੇ ਨੇ ਰਿਸ਼ਤੇਦਾਰਾਂ ਦੇ? ਫੋਨ ਤੋਂ ਜੀ ਬਾਹਰ ਤੇ ਵੀ ਆ ਰਹੇ ਜੀ, ਕਹਿੰਦੇ ਇੰਨਾ ਕਿਆ ਕੰਮ ਹੋ ਗਿਆ ਤਾਂ ਜੀ। ਹੁਣ ਬਈ 2 ਧਿਰਾਂ ਆਪਸ ਵਿੱਚ ਅੜ ਗਈਆਂ ਜੀ। ਹੁਣ ਨਾ ਤਾਂ ਉਹਨੂੰ ਕਹਿਣੇ ਜੋਗੇ ਤੇ ਨਾ ਉਹਨੂੰ। ਆ ਤਾਂ ਚਲੋ ਪਿੰਡ ਦੇ ਵਿੱਚ ਬੰਦੇ ਮੋਹਤਬਾਰ ਤੇ ਜਿਹੜੇ
ਉਹਨਾਂ ਨੇ ਕਹਿ ਕੇ ਰਕਾ ਦੇ, ਨਹੀਂ ਬੋਲੀ ਤਾਂ ਜੀ ਆ ਕਰੋੜ ਰੁਪਏ ਤੱਕ ਵੀ ਜਾਂਦੀ, ਕਰੋੜ ਤੱਕ ਵੀ ਚਲੀ ਜਾਣੀ। ਕਰੋੜ ਤੱਕ ਪਹੁੰਚਣੀ ਦੀ ਜੀ। ਆ ਚਲੋ 4 ਬੰਦਿਆਂ ਦੀ ਉਹਨਾਂ ਨੇ ਸੁਣ ਲਈ ਜੀ, ਬੰਦੇ ਚੁੱਪ ਹੋ ਗਏ। ਚਲੋ ਅੜੀ ਇਹ ਜੱਟ ਦੀ ਅੜੀ ਵਾਲਾ ਕੰਮ ਹੋਇਆ ਜੀ। ਮਸਲਾ ਸਿਰਫ ਜੱਟ ਦੀ ਅੜੀ ਤੇ ਹੀ ਖੜ ਗਿਆ। ਇਹ ਅੜੀ ਤੇ ਖੜਦੇ ਕਰਕੇ ਹੀ ਕੀਮਤ ਇੰਨੀ ਵਧੀ ਹੈ। ਪਰ ਉਹੀ ਨਾ, ਬਹੁਤ ਸਾਰੇ ਲੋਕੀ ਇਹ ਵੀ ਗੱਲ ਕਹਿੰਦੇ ਜੱਟ ਤਾਂ ਖੁਦਕੁਸ਼ੀਆਂ ਕਰੀ ਜਾਂਦੇ ਨੇ, ਫਾਹਾ ਲਈ ਜਾਂਦੇ ਨੇ। ਇਹ ਅੜੀ ਵਾਲਾ ਕੰਮ ਲੱਗਦਾ ਨਹੀਂ ਕਿ ਨਹੀਂ ਹੋਣਾ ਚਾਹੀਦਾ। ਇਹ ਗਲਤ ਗੱਲ ਹੈ ਜੀ, ਲੋੜੇ ਨਹੀਂ। ਪਿੰਡ ਦੇ ਵਿੱਚ ਸਾਰੇ ਆਪਣੇ ਭਰਾ ਏ, ਰਲ ਮਿਲ ਕੇ ਚੱਲੂਗੇ ਤਾਂ ਵਧੀਆ ਰਹਿਣ। ਤੇ ਪਾਰਟੀ ਬਾਜੀ ਮੈਂ ਤਾਂ ਕੁਝ ਨਹੀਂ ਰੱਖਿਆ ਵਾ ਜੀ। ਤੇ ਹੁਣ ਮੰਨ ਲਓ ਸਾਡੇ ਪਿੰਡ ਚੜ੍ਹੀ ਆ 33,10,000 ਦੇ ਵਿੱਚ ਜ਼ਮੀਨ ਚੜ੍ਹੀ ਜੀ। ਬਾਹਰ ਕਿੰਨੀ ਦੁਨੀਆ ਠੇਕੇ ਪਰ ਜ਼ਮੀਨ ਲੈਂਦੀ ਜੀ, ਉਹਨਾਂ ਨੂੰ ਵੀ ਕਿੰਨਾ ਘਾਟਾ ਜੀ। ਅਗਲਾ ਕਹਿੰਦਾ ਬਈ 33,10,000 ਮੈਂ 4 ਕਿੱਲੇ ਚੜ੍ਹੇ। ਹੁਣ ਲਾ ਲਓ ਜੀ 8.5 ਕੁਛ ਨੂੰ ਬਹਿ ਗਿਆ ਜੀ ਕਿੱਲਾ। ਕਿਆ ਘੱਟ ਹਾਂ ਜੀ। ਕਿੱਲੇ 'ਚੋਂ ਵੈਸੇ ਕਿੰਨਾ ਲੱਖ ਰੁਪਏ ਬਚਦਾ? ਹਾਂ, ਤੁਸੀਂ ਤਾਂ ਕਰਦੇ ਹੋ, ਤੁਸੀਂ ਸਾਰੇ ਖੇਤੀ ਕਰਦੇ ਹੋ, ਹਾਂ ਜੀ। ਤੁਹਾਨੂੰ ਕਿੰਨਾ ਕੁ ਬਚਦਾ? ਮੈਂ ਬਚਦਾ ਬੁਚਦਾ ਦਾ ਜੀ ਬਸ ਖਰਚਾ ਵੀ ਬਥੇਰਾ ਜੀ। ਜੇ ਆਪਾਂ ਉਰੇ 4 ਫਸਲਾਂ ਕੱਢਦੇ ਨਾ ਜੀ, ਆਪਾਂ ਮੰਨ ਲਓ ਜੀ ਮੈਂ ਹੀ ਐ, ਆਪਣੇ ਦੇ ਨਾਲ ਕੋਈ ਖੇਤੀ ਐਡੀ ਤਕੜੀ ਕਰਦਾ ਨਹੀਂ ਜੀ ਜਿੰਨੀ ਆਪਾਂ ਤਕੜੀ ਕਰਦੇ ਤੇ। ਲੱਖ ਰੁਪਈਆ ਜ਼ੋਰ ਲਾ ਕੇ ਜੀ, ਲੱਖ ਰੁਪਈਆ ਵੱਧਦਾ ਜੀ ਸਾਲ ਦਾ ਜੀ। ਯਾਨੀ ਕਿ 33 ਚੋਂ ਆਪਾਂ 4 ਕੱਢ ਦਈਏ, 28 ਇਹੀ ਜਿਹੜਾ ਹੈਗਾ ਇਹ। ਮੈਂ ਪਿਛਲੇ ਸਾਲ 2 ਸਾਲ ਹੁਣ ਆਲੂਆਂ ਦੀ ਤੇਜ਼ੀ ਤੀ ਜੀ। ਚਲੋ ਆਲੂ ਹੋਈ ਗਏ 2-2 3-3 ਲੱਖ ਦੇ ਕਿੱਲੇ ਤੇ, ਤਾਂ ਕਰਕੇ ਉਹ ਵੀ ਨਹੀਂ ਇੰਨਾ ਬਚਾਓ ਹੈ ਨਹੀਂ ਜੀ ਖੇਤੀ। ਹੁਣ ਸਪਰੇਅ ਹੀ ਲਾ ਲਓ ਬਹਿਰ ਵਾਲਿਆਂ ਦੀਆਂ ਜੀ, ਘੱਟੋ ਘੱਟ 2-2 ਹਜ਼ਾਰ ਦੀ ਇੱਕ ਵਾਰੀ ਸਪਰੇਅ ਹੁੰਦੀ ਜੀ ਕਿੱਲੇ ਤੇ। ਹੁਣ ਲਾ ਲਓ ਜੀ ਕਿੰਨੀਆਂ ਸਪਰੇਆਂ ਆਉਣ ਲੰਨੀਆਂ ਜੀ। ਜੇ ਅਸੀਂ ਹਿਸਾਬ ਲਾਈਏ ਜੀ, ਕਣਕ ਦੀ ਉਹ ਬਜਾਈ ਚਾਹੇ ਜੀਰੀ ਦੀ ਉਹ ਲਾ ਲਓ ਜੀ, ਕਿੱਲੇ ਪਰ 40-50 ਹਜ਼ਾਰ ਰੁਪਇਆ ਖਰਚਾ ਆ ਲੈਂਦਾ ਜੀ। ਹੁਣ ਉਹਦੇ ਵਿੱਚ ਤਾਂ ਲੋਕਾਂ ਦੇ ਮਨਾਂ 'ਚ ਤਾਂ ਇਹ ਵੀ ਹੋਊਗਾ ਕਿ ਇਹ ਪਤਾ ਨਹੀਂ ਇਹ ਧਰਤੀ ਕਿਹੋ ਜੀ ਹੈ, ਇਹਦੇ 'ਚੋਂ ਪਤਾ ਨਹੀਂ ਕੀ ਨਿਕਲਣਾ ਹੈ। ਇਦਾਂ ਤਾਂ ਨਹੀਂ ਤੁਹਾਨੂੰ ਆਉਂਦੇ ਫੋਨ ਤਾਂ ਨਹੀਂ ਆਉਂਦੇ ਕਿ ਇਹਦੇ ਵਿੱਚੋਂ ਪਤਾ ਨਹੀਂ ਕੀ ਨਿਕਲਣਾ? ਆਉਨੇ ਜੀ ਬਥੇਰੇ ਰਿਸ਼ਤੇਦਾਰਾਂ ਦੇ ਵੀ। ਧਰਤੀਆਂ ਤਾਂ ਚਾਰੇ ਪਾਸੇ ਇੱਕ ਜਿਹੀਆਂ ਹੀ ਹੈ ਜੀ। ਆ ਤੋਂ ਬਸ ਅੜੋ ਤੜੀ ਦੀ ਹੋ ਗਈ ਜੀ, ਜਿਹੜੀ 33,10,000 ਮੈਂ ਬੋਲੀ ਟੁੱਟੀ ਜੀ। ਨਹੀਂ ਹੁਣ ਮੰਨ ਲਓ ਪਰਲੇ ਪਾਸੇ ਵੀ ਜ਼ਮੀਨ ਹੈ ਤਾਂ ਇਸੀ ਦੇ ਨਾਲ ਦੀ ਹੈ ਜੀ, ਉਹ 2,40,000 ਮੈਂ ਟੁੱਟੀ ਜੀ। ਇਹ 4 ਕਿੱਲੇ ਇਹ ਦੇਖ ਲਓ 33,10,000 ਮੈਂ ਇੱਕ, ਉਹ ਵੀ ਚਾਰੇ 6 ਕਿੱਲੇ ਹੈ ਜੀ ਬਸ। ਪੰਚਾਇਤੀ ਹੈ, ਉਹ ਵੀ ਪੰਚਾਇਤੀ ਆ ਜਾਂ ਨਾਲੇ ਹੈ ਜੀ। ਹੁਣ ਉਹ 6.5 ਕਿੱਲੇ ਹੈ ਜੀ, 2,40,000 ਮੈਂ ਟੁੱਟੇ ਜੀ। ਪਿਛਲੇ ਸਾਲ 2,05,000 ਮੈਂ ਲਏ ਤੇ ਜੀ। ਤੇ ਲਾ ਲਓ 4 ਕਿੱਲੇ 33,10,000 ਮੈਂ ਚੜੇ ਜੀ। ਉਧਰ ਵਾਲੀ ਜ਼ਮੀਨ ਵੀ ਕਹਿੰਦੀ ਹੋਊਗੀ ਕਿ ਨਹੀਂ, ਬਾਈ ਕਹਿੰਦਾ ਕਿ ਉਧਰ ਵਾਲੀ ਜ਼ਮੀਨ ਕਹਿੰਦੀ ਹੋਊਗੀ ਮੇਰਾ ਕੀ ਕਸੂਰ ਸੀ, ਮੈਂ ਨਹੀਂ ਚੜੀ। ਇਹ ਜਿਹੜੀ ਜ਼ਮੀਨ ਹੈ, ਹੁਣ ਜ਼ਮੀਨ ਤੇ ਇਹ ਗੱਲ ਕਲੀਅਰ ਹੋ ਗਈ ਹੈ, ਪਿੰਡ ਨੇ ਮਤਾ ਪਾ ਦਿੱਤਾ, ਇਹ ਗੱਲ ਸਾਫ਼ ਹੈਗੀ ਕਿ ਇੱਥੇ ਕੁਝ ਹੋਰ ਨਹੀਂ ਹੋਣ ਦੇਣਾ। ਕਿਉਂਕਿ ਆ ਝੰਡੇ ਕਹਿੰਦੇ ਕੋਈ ਪਾਰਕਿੰਗ ਬਣਾਉਣੀ ਸੀ ਕੰਪਨੀਆਂ ਨੇ। ਨਹੀਂ, ਉਹ ਕੰਪਨੀ ਨੂੰ ਜ਼ਮੀਨ ਨਹੀਂ ਦਈ ਜੀ, ਇਹ ਜ਼ਿਮੀਂਦਾਰ ਦੀ ਜ਼ਮੀਨ ਹੈ। ਜ਼ਿਮੀਂਦਾਰ ਚਾਹੇ ਜੀ ਮਰਜ਼ੀ ਦੇ ਪੈਸੇ ਲੈ ਕੇ ਦਵੇ, ਅਸੀਂ ਜ਼ਿਮੀਂਦਾਰ ਤੇ ਨਾ ਤਾਂ ਕੋਈ ਉਹਦਾ ਝੰਡਾ ਕੱਢਣ ਦੇਣਾ ਜੀ, ਕੋਈ ਹੋਵੇ ਜੀ, ਨਾ ਕੋਈ ਉਹਦਾ ਬੋਰਡ ਲੱਗੂਗਾ ਜੀ, ਨਾ ਉਹਦੇ ਨੂੰ ਕਿਸੇ ਦਾ ਟਿੱਪਰ ਲੱਗੂਗਾ ਜੀ। ਬਈ ਕੋਈ ਮਿੱਟੀ ਦਾ ਕੰਪਨੀ ਕਹਿ ਦੇ ਬਜਰੀ ਵਾਲਾ ਇਹਨਾਂ ਨੇ ਪਲਾਂਟ ਜੀ ਇੱਧਰ ਲਾਇਆ ਹੋਇਆ ਨਾ। ਇਹ ਰੋਡ ਵਾਲਿਆਂ ਦਾ ਜੀ, ਇਹ ਅਕਵਾਇਰ ਹੋਇਆ ਵਾ ਜੀ। ਹਾਂ ਜੀ, 에ਅਰਪੋਰਟ ਵਾਲਾ ਰੋਡ ਹੈ ਜਿਹੜਾ, ਇਹ ਇੱਧਰੋਂ ਆਂਦਾ। ਇਹਨਾਂ ਨੇ ਆਪਣਾ ਪਲਾਂਟ ਲਾਇਆ ਵਾ ਜੀ ਬਜਰੀ ਬੁਜਰੀ ਦਾ। ਇਹ 4 ਕਿੱਲਿਆਂ ਨੂੰ ਜੀ ਆਪਾਂ ਨੇ ਕੰਪਨੀ ਦੇ ਕੁਛ ਵੀ ਨਹੀਂ ਜੀ ਲੱਗਣ ਦੇਣਾ। ਜ਼ਿਮੀਂਦਾਰ ਆਪਣਾ ਕੁਛ ਮਰਜ਼ੀ ਜਿਹਨਾਂ ਬੋਲੀ ਦਈ ਉਹ ਆਪਣਾ ਕੁਛ ਮਰਜ਼ੀ ਬੀਜ ਸਕਦਾ ਜੀ। ਐમાં ਚਾਹੇ ਜੀਰੀ ਲਾਓ, ਚਾਹੇ ਕਣਕ ਲਾਓ, ਕੁਛ ਚਾਹੇ ਵਿਹਲੀ ਰੱਖੋ ਜੀ ਸਾਡੇ ਕਿਸੇ ਤੇ। ਆਪਾਂ ਨੂੰ ਤਾਂ ਕੀ ਲੱਗਦਾ ਕਰਨਗੇ ਉਰੇ ਫਸਲ ਲਾਉਣਗੇ ਕਿ ਖਾਲੀ ਛੱਡਣਗੇ? ਚਾਹੇ ਉਹ ਖਾਲੀ ਛੱਡੋ ਜੀ, ਚਾਹੇ ਉਹਦੀ ਮਰਜ਼ੀ ਹੈ ਜੀ। ਤੇ ਆਪਾਂ ਨੂੰ 33,10,000 ਰੁਪਏ ਪੰਚਾਇਤ ਕੋਲ ਆ ਗਿਆ ਜੀ। ਨਾ ਕੀ ਹੁਣ 33 ਲੱਖ ਦਾ ਹੁਣ ਪਿੰਡ ਦਾ ਵਿਕਾਸ ਹੋ ਜਾਊਗਾ ਜੀ ਵਧੀਆ। 40 ਲੱਖ ਰੁਪਏ ਆ ਗਿਆ 42 ਜੀ ਪਿੰਡ ਨੂੰ, ਤਾਂ ਉਹ ਵਧੀਆ ਵਿਕਾਸ ਹੋ ਜਾਊਗਾ ਜੀ ਪਿੰਡ ਦਾ। ਜਿਹੜਾ ਮਾੜਾ ਮੋਟਾ ਰਹਿੰਦਾ ਤਕਰੀਬਨ ਹੋਇਆ ਬਈ ਹੈ ਜੀ ਵਿਕਾਸ ਪਿੰਡ ਦਾ। ਜਿਹੜਾ ਮਾੜਾ ਮੋਟਾ ਰਿਹਾ ਵਾ ਜੀ ਤਾਂ ਉਹ ਵੀ ਹੋ ਜਾਊਗਾ ਜੀ। ਖੁਸ਼ ਹੈਗੇ ਹੋ ਮਤਲਬ ਤੁਸੀਂ? ਬਹੁਤ ਵਧੀਆ ਖੁਸ਼ ਹੈ ਜੀ, ਚੜ੍ਹਦੀ ਕਲਾ ਜੀ ਹੈ ਨਾ। ਤੁਹਾਡੇ ਤੋਂ ਮੈਂ ਫਿਰ ਆਉਂਦਾ, ਤੁਸੀਂ ਖੁਸ਼ ਹੈਗੇ ਹੋ ਜੋ ਹੋਇਆ ਪਿੰਡ 'ਚ ਬੋਲੀ ਲੱਗੀ? ਬੋਲੀ ਜਿਹੜੀ ਲੱਗੀ ਹੈ ਜੀ, ਪੰਚਾਇਤ ਨੂੰ ਪੈਸਾ ਆਇਆ, ਪਿੰਡ ਵਾਸਤੇ ਆਇਆ। ਪਰ ਇੱਕ ਚੀਜ਼ ਦਾ ਦੁੱਖ ਹੈਗਾ, ਸਾਡਾ ਭਾਈਚਾਰਾ ਟੁੱਟ ਰਿਹਾ, ਵਿਖਰ ਰਿਹਾ। ਇਹ ਚੀਜ਼ ਦਾ ਦੁੱਖ ਸਾਨੂੰ ਹੈਗਾ। ਅੜੀ ਨਹੀਂ ਹੋਣੀ ਚਾਹੀਦੀ ਆਪਸ ਨਹੀਂ ਹੋਣੀ ਚਾਹੀਦੀ। ਜਿਹੜੇ ਸਾਡੇ ਪਿੰਡ ਦੇ ਬਜ਼ੁਰਗ ਸੂਝਵਾਨ ਲੋਕ ਤੇ, ਉਹ ਬਜ਼ੁਰਗਾਂ ਨੇ ਉਸ ਟਾਈਮ ਉਹਨਾਂ ਨੂੰ ਕੰਟਰੋਲ ਕੀਤਾ, ਦੋਨੇ ਪਰਿਵਾਰਾਂ ਨੂੰ ਕੰਟਰੋਲ ਕਰਕੇ ਤਾਂ ਇੱਥੇ ਤੱਕ ਰੋਕੇ। ਨਹੀਂ ਤਾਂ ਹੋਰ ਵੀ ਅੱਗੇ ਜਾ ਸਕਦੇ ਤੇ ਉਹ ਆਪਣਾ ਖਿਆਲ ਹੈ ਜੀ।
ਆਪਣੀ ਆਪਣੀ ਸਮਝ ਆ ਹਰ ਇੱਕ ਇਨਸਾਨ ਦੀ। ਕਿਉਂਕਿ ਆ ਪੂਰੇ ਪੰਜਾਬ ਨੂੰ ਇੱਕ ਸੁਨੇਹਾ ਇੱਥੋਂ ਹੀ ਜਾਊਗਾ, ਕਿਉਂਕਿ ਇੱਕ ਪਾਸੇ ਆਪਾਂ ਕਹਿ ਸਕਦੇ ਹਾਂ ਪਲਹੇੜੀ ਦੇ ਵਿੱਚ ਜੋ ਹੋਇਆ ਬਾਹਰ ਤੱਕ ਸੁਨੇਹੇ ਚਲੇ ਗਏ, ਪਰ ਇੱਥੋਂ ਦੀ ਪੂਰੇ ਕਿਸਾਨਾਂ ਨੂੰ ਇਹ ਸੁਨੇਹਾ ਜਾਊਗਾ। ਔਰ ਇੰਟਰਵਿਊ ਨੂੰ ਵੀ ਬਹੁਤ ਲੋਕ ਦੇਖ ਰਹੇ ਹੋਣਗੇ, ਕਿਸਾਨ ਵੇਖ ਰਹੇ ਹੋਣਗੇ, ਉਹਨਾਂ ਨੂੰ ਕਿਸ ਸੁਨੇਹਾ ਦੇਣਾ ਚਾਹੋਗੇ ਕਿ ਐਵੇਂ ਦਾ ਕੰਮ ਤਾਂ ਦੁਬਾਰਾ ਨਾ ਹੋਵੇ? ਹੈ ਦੇਖੋ ਜੀ, ਇਸ ਤਰ੍ਹਾਂ ਦੀ ਅੜੀ ਨਹੀਂ ਹੋਣੀ ਚਾਹੀਦੀ। ਜ਼ਿਮੀਂਦਾਰ ਘਾਟੇ ਮਾ ਜਾ ਰਹੇ ਹੈ, ਇਹ ਕਰਕੇ ਇਸ ਤਰ੍ਹਾਂ ਅੜੀ ਮਾਂ ਮਤ ਇਸ ਤਰ੍ਹਾਂ ਦਾ ਬੋਲੀ ਦਿਓ, ਆਪਣੇ ਪਿਆਰ ਮੁਹੱਬਤ ਮਾ ਰਹੋ, ਇੱਕ ਦੂਏ ਨੂੰ ਦੇਖ ਅਣਖ ਨਾਲ ਨਾ ਦੇਖੋ, ਪਿਆਰ ਨਾਲ ਦੇਖੋ, ਤਾਂ ਜੇ ਸਭ ਦਾ ਭਲਾ ਹੋ ਸਕੇ। ਠੀਕ ਹੈ, ਸਭ ਦਾ ਭਲਾ ਹੋ ਸਕੇ। ਤੇ ਤੁਸੀਂ ਕੀ ਕਹਿੰਦੇ ਹੋ ਜੀ? ਠੀਕ ਹੈ, ਹੈ ਠੀਕ ਹੈ ਜੀ, ਠੀਕ ਹੈ। ਤਾਂ ਹਾਂਜੀ, ਇਹਦੇ ਵਿੱਚ ਜਦ ਆਪਾਂ ਕਹਿ ਦਿੰਦੇ ਸੀ ਜ਼ਿਮੀਂਦਾਰ ਗਲ ਫਰਾ ਲੈਂਦਾ, ਕੋਈ ਕੁਛ ਕਰਦਾ, ਹੁਣ 33,10,000 ਰੁਪਏ ਵਿੱਚ ਜ਼ਮੀਨ ਚੜੀ। ਸਰਕਾਰ ਨੇ ਤਾਂ ਨਹੀਂ ਆਪਾਂ ਨੂੰ ਕਹਤੇ ਵੀ ਤੁਸੀਂ ਇੱਥੇ ਤੱਕ ਜ਼ਮੀਨ ਚੜਾਓ। ਇਹਦੇ ਵਿੱਚ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਜ਼ਿਮੀਂਦਾਰ ਆਪਣਾ ਆਪ ਅੜੀ ਕਰਕੇ ਮਰਦਾ ਜੀ। ਕੋਈ ਸਰਕਾਰ ਨਹੀਂ ਕਹਿੰਦੀ ਬਈ ਤੁਸੀਂ 20 ਲੱਖ ਰੁਪਈਆ ਲਾਓ ਕਿੱਲੇ ਪਰ, 40 ਲੱਖ ਰੁਪਈਆ ਲਾਓ। ਆਪਣਾ ਜਿੰਨੇ ਕੁ ਤੱਕ ਆਪਾਂ ਨੂੰ 12 ਖਾਂਦੀ ਜੀ, ਉਨੇ ਤੱਕ ਲਓ, ਉਹਦੇ ਵਿੱਚ ਦੇ 4 ਰੁਪਈਏ ਬਚੇ ਜੀ, ਤਾਂ ਗੁਜ਼ਾਰਾ ਹੁੰਦਾ। ਦੇਖੋ ਜੀ, ਪਹਿਲਾਂ ਦਾ ਪੈਸਾ ਜ਼ਮੀਨ ਪਰ ਖੇਤੀ ਪਰ ਲਾਉਣਾ ਪੈਣਾ ਜੀ, ਬਾਅਦ ਮਾ ਆਉਣੇ ਜੀ ਪੈਸੇ। ਉਹੀ ਕਹਿ ਦਿੰਦੇ ਆਪਾਂ ਨਵੇਂ ਪੁਰਾਣੇ ਕਰੀ ਜੰਨੇ ਜੀ। ਮੰਨ ਲਓ ਹੁਣ ਜੇ 40,000 ਰੁਪਏ ਦੀ ਕਣਕ ਹੈ ਜੀ, ਪਹਿਲਾਂ ਇੱਕ ਵਾਰੀ ਲੱਗੇ ਹੋਏ ਜੋ 6 ਮਹੀਨੇ ਨੂੰ ਆਉਣੇ, ਕਿਆ ਮੂੰਹ ਦੇਖਿਆ ਜੀ ਪੈਸੇ ਦਾ ਜ਼ਿਮੀਂਦਾਰ ਨੇ? ਉਹ ਤਾਂ ਜਦ ਫਸਲ ਵੱਢ ਕੇ ਆੜਤੀ ਕੋਲ ਗੇਰਤੀ ਜੀ, ਤਾਂ ਪੈਸਾ ਆਉਣਾ ਜੀ, ਨਹੀਂ ਉੱਥੇ ਹੀ ਖੜੇ ਜੀ। ਠੀਕ ਹੈ। ਤਾਂ ਪਿੰਡ ਪਲਹੇੜੀ ਦੇ ਵਿੱਚ ਅਸੀਂ ਪਹੁੰਚੇ ਸੀ ਔਰ ਪਿੰਡ ਦੇ ਮੋਹਦਵਾਰ ਜਿਹੜੇ ਲੋਕ ਨੇ ਉਹ ਸਾਡੇ ਨਾਲ ਮੌਜੂਦ ਸੀ, ਗੱਲਬਾਤ ਕੀਤੀ ਹੈ ਔਰ ਸੁਨੇਹਾ ਹੀ ਦਿੱਤਾ ਗਿਆ। ਕਹਿੰਦੇ ਅੜੀ ਦੇ ਵਿੱਚ ਹੋ ਗਿਆ ਕੰਮ, ਪਰ ਸਭ ਨੂੰ ਇਹੀ ਸੁਨੇਹਾ ਹੈ ਕਿ ਭਾਈਚਾਰਕ ਸਾਂਝ ਜਿਹੜੀ ਆ ਉਹ ਬਣਾ ਕੇ ਰੱਖੋ। ਐਦਾਂ ਹੋਰ ਪਿੰਡਾਂ ਦੇ ਵਿੱਚ ਸੁਨੇਹਾ ਨਾ ਜਾਵੇ, ਕਿਉਂਕਿ ਇੱਕ ਪਿੰਡ ਦੇ ਵਿੱਚੋਂ ਇਹ ਸੁਨੇਹਾ ਜੇਕਰ ਗਿਆ ਤਾਂ ਐਦਾਂ ਨਾ ਹੋਵੇ ਕਿ ਬਾਕੀ ਪਿੰਡਾਂ ਦੇ ਵਿੱਚ ਵੀ ਹੁਣ ਇਹ ਕੰਮ ਸ਼ੁਰੂ ਹੋ ਜਾਵੇ। ਅੜੀ ਜ਼ਰੂਰ ਸੀਗੀ, ਪਰ ਕਹਿੰਦੇ ਕਿ ਆਪਸੀ ਭਾਈਚਾਰਕ ਸਾਂਝ ਜ਼ਰੂਰ ਹੋਣੀ ਚਾਹੀਦੀ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਅੜੀ ਵਾਲਾ ਕੰਮ ਚੱਲ ਰਿਹਾ ਇਹ ਘਟਣਾ ਚਾਹੀਦਾ ਹੈ। ਕੈਮਰਾਮੈਨ ਸੁਰਿੰਦਰ ਕੁਮਾਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ, ਪਲਹੇੜੀ।